बहुत ही प्यारे बच्चों, मेरा नाम है सुखविंदर कौर, पंजाबी मिस्ट्रेस, सरकारी सीनियर सैकेंडरी स्मार्ट स्कूल छप्पड़ तो। बच्चों, पंजाबी सभ्याचार अपना बहुत विशाल सभ्याचार है ਤੇ ਬੜਾ ਵਧੀਆ ਲੱਗਦਾ ਹੈ ਜਦੋਂ ਅਸੀਂ ਕਿਸੇ ਵੀ ਲੋਕ ਨਾਚ ਨੂੰ ਦੇਖਦੇ ਹਾਂ ਤੇ ਕਿਉਂਕਿ ਇਹ ਸਾਡੇ ਬਚਪਨ ਤੋਂ ਹੀ ਹੈ। ਬੱਚਿਓ, ਨਿੱਕੇ ਹੁੰਦੇ ਹੀ ਜਦੋਂ ਵੀ ਕਿਤੇ ਲੋਕ ਨਾਚ ਜਾਂ ਲੋਕ ਬੋਲੀਆਂ ਆਪਾਂ ਨੂੰ ਸੁਣਾਈ ਦਿੰਦੀਆਂ ਹਨ ਤਾਂ ਸਾਡਾ ਜੋ ਮਨ ਹੈ ਨਾ ਬਹੁਤ ਖੁਸ਼ ਹੋ ਜਾਂਦਾ। ਇਹ ਖੁਸ਼ੀ ਸਾਨੂੰ ਅੰਦਰੋਂ ਮਿਲਦੀ ਹੈ, ਅਸੀਂ ਬੜੀ ਖੁਸ਼ੀ ਦੇ ਵਿੱਚ ਖਿੜ ਜਾਂਦੇ ਹਾਂ। ਇਹ ਸਾਤੋਂ ਕਦੀ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੋ ਲੋਕ ਨਾਚ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਲੰਮੀਆਂ ਬੋਲੀਆਂ ਦੀ। ਜੋ ਤੁਹਾਡੀ 11ਵੀਂ ਦੀ ਪਾਠ ਪੁਸਤਕ ਹੈ ਉਸ ਲਈ 8 ਲੰਮੀਆਂ ਬੋਲੀਆਂ ਵੰਨਗੀ ਵਜੋਂ ਸ਼ਾਮਿਲ ਕੀਤੀਆਂ ਗਈਆਂ ਹਨ ਜੀ। ਹੋ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਜੂ ਢਾਲੀ ਦੇ ਪਾਵੇ ਵੀ ਕੰਨੀ ਦਾ ਰਹੇ ਬੰਨਦੇ ਚਾਦਰੇ, ਕੰਨੀ ਦਾ ਰਹੇ ਬੰਨਦੇ ਚਾਦਰੇ ਪਿੰਜਣੀ ਨਾਲ ਸੁਹਾਵੇ ਵੀ ਦੁਧੀਆ ਕਾਸ਼ਨੀ ਬੰਨਦੇ ਸਾਫੇ, ਦੁਧੀਆ ਕਾਸ਼ਨੀ ਬੰਨਦੇ ਸਾਫੇ ਜਿਉਂ ਉੱਡਦਾ ਕਬੂਤਰ ਜਾਵੇ ਵੀ ਮਲਮਲ ਦੇ ਤਾਂ ਕੁੜਤੇ ਪਾਉਂਦੇ, ਮਲਮਲ ਦੇ ਤਾਂ ਕੁੜਤੇ ਪਾਉਂਦੇ ਜਿਉਂ ਬਗਲਾ ਤਲਾਅ ਵਿੱਚ ਨਹਾਵੇ ਭੰਗੜਾ ਪਾਉਂਦਿਆਂ ਦੀ ਬਈ ਸਿਫਤ ਕਰੀ ਨਾ ਜਾਵੇ, ਭੰਗੜਾ ਪਾਉਂਦਿਆਂ ਦੀ ਸਿਫਤ ਕਰੀ ਨਾ ਜਾਵੇ, ਭੰਗੜਾ ਪਾਉਂਦਿਆਂ ਦੀ। ਪਾਵੇ ਕੀ ਹੁੰਦੇ ਨੇ? ਮੰਜਿਆਂ ਦੇ ਪਾਵੇ ਨੇ, ਜਿਨ੍ਹਾਂ ਉੱਪਰ ਮੰਜਾ ਖੜਦਾ ਹੈ ਨਾ, ਪਾਵੇ ਹੁੰਦੇ ਨੇ ਮੰਜਿਆਂ ਦੇ, ਵੀ ਮਜ਼ਬੂਤ ਹੁੰਦੇ ਨੇ ਬੱਚਿਓ। ਇਹ ਫਰਨੀਚਰ ਸਾਲਾਂ ਬੱਧੀ ਕਿਧਰੇ ਨਹੀਂ ਜਾਂਦਾ, ਸੋ ਇਸ ਤਰ੍ਹਾਂ ਮਜ਼ਬੂਤ ਨੇ ਉਹ ਪੂਰੇ। ਕੰਨੀਦਾਰ ਇਹ ਬੰਨ੍ਹਦੇ ਚਾਦਰੇ, ਵੀ ਇਹ ਕੰਨੀਦਾਰ ਚਾਦਰੇ ਬੰਨ੍ਹਦੇ ਨੇ ਜੋ ਸਾਡੇ ਪਿੰਡ ਦੇ ਮੁੰਡੇ ਨੇ। ਪਿੰਜਣੀ ਨਾਲ ਸੁਹਾਵੇ, ਉਹਨਾਂ ਦੀਆਂ ਪਿੰਜਣੀਆਂ ਨਾਲ ਬਹੁਤ ਹੀ ਸੋਹਣੇ ਲੱਗਦੇ ਨੇ ਚਾਦਰੇ, ਠੀਕ ਹੈ ਨਾ। ਦੁਧੀਆ ਕਾਸ਼ਨੀ ਬੰਨ੍ਹਦੇ ਸਾਫੇ, ਅਤੇ ਇਹ ਜੋ ਸਾਫੇ ਨੇ ਸਿਰ 'ਤੇ ਬੰਨ੍ਹਦੇ ਨੇ ਹੈ ਨਾ, ਇਹ ਦੁਧੀਆ ਅਤੇ ਕਾਸ਼ਨੀ ਰੰਗ ਦੇ ਸਾਫੇ ਨੇ। ਮਤਲਬ ਸਿਰ 'ਤੇ ਪੱਗ ਬੰਨ੍ਹਦੇ ਆਪਾਂ ਨਾ, ਪੱਗ ਦੀ ਵੰਨਗੀ ਸਾਫਾ ਹੁੰਦਾ ਵੀ ਉੱਦਾਂ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਕੋਈ ਉੜਦਾ ਕਬੂਤਰ ਜਾ ਰਿਹਾ ਹੁੰਦਾ ਹੈ। ਜਿਉਂ ਉੜਦਾ ਕਬੂਤਰ ਜਾਵੇ। ਮਲਮਲ ਦੇ ਤਾਂ ਕੁੜਤੇ ਪਾਉਂਦੇ, ਵੀ ਇਹ ਕਾਹਦੇ ਕੁੜਤੇ ਪਾਉਂਦੇ ਨੇ? ਮਲਮਲ ਦੇ ਤਾਂ ਕੁੜਤੇ ਪਾਉਂਦੇ ਜਿਉਂ ਬਗਲਾ ਤਲਾਅ ਵਿੱਚ ਨਹਾਵੇ। ਇੱਦਾਂ ਲੱਗਦਾ ਵੀ ਉਹ ਬਗਲਾ ਇੱਕ ਕਾਹਦੇ ਵਿੱਚ ਨਹਾ ਰਿਹਾ ਹੁੰਦਾ? ਤਲਾਅ ਦੇ ਵਿੱਚ ਨਹਾ ਰਿਹਾ ਹੁੰਦਾ। ਭੰਗੜਾ ਪਾਉਂਦਿਆਂ ਦੀ ਬਈ ਸਿਫਤ ਕਰੀ ਨਾ ਜਾਵੇ, ਵੀ ਇੰਨਾ ਸੋਹਣਾ ਭੰਗੜਾ ਪਾਉਂਦੇ ਨੇ ਵੀ ਇਹਨਾਂ ਦੀ ਸਿਫਤ ਨਹੀਂ ਕਰੀ ਜਾਂਦੀ। ਸੋ ਆਪਾਂ ਦੇਖਿਆ ਵੀ ਇਸ ਦੇ ਵਿੱਚ ਗੱਲ ਆਈ ਹੈ ਵੀ ਸਾਡੇ ਜਿਹੜੇ ਪਿੰਡ ਦੇ ਮੁੰਡੇ ਨੇ ਇੱਦਾਂ ਮਜ਼ਬੂਤ ਸਰੀਰ ਦੇ ਨੇ ਜਿਸ ਤਰ੍ਹਾਂ ਟਾਹਲੀ ਦੇ ਪਾਵੇ ਹੁੰਦੇ ਨੇ। ਕੰਨੀਦਾਰ, ਫਿਰ ਪਹਿਰਾਵੇ ਦੀ ਗੱਲ ਕੀਤੀ ਗਈ ਹੈ ਵੀ ਮਲਮਲ ਦੇ ਕੁੜਤੇ ਨੇ, ਕੰਨੀਦਾਰ ਚਾਦਰੇ ਨੇ, ਦੁਧੀਆ ਕਾਸ਼ਨੀ ਸਾਫੇ ਨੇ। ਚਾਦਰੇ ਪਿੰਜਣੀਆਂ ਨਾਲ ਸੋਹਣੇ ਲੱਗਦੇ ਨੇ ਹੈ ਨਾ, ਪੈਰਾਂ ਤੋਂ ਉੱਪਰ ਜਿਹੜੀਆਂ ਪਿੰਜਣੀਆਂ ਹੁੰਦੀਆਂ ਨੇ ਆਪਣੀਆਂ। ਤਾਂ ਜਿਹੜੇ ਕੁੜਤੇ ਪਾਉਂਦੇ ਨੇ ਉਹ ਇੱਦਾਂ ਲੱਗਦਾ ਜਿਵੇਂ ਬਗਲਾ ਤਲਾਅ ਦੇ ਵਿੱਚ ਨਹਾ ਰਿਹਾ ਹੁੰਦਾ। ਸਾਫੇ ਉਹਨਾਂ ਦੇ ਇੱਦਾਂ ਲੱਗਦੇ ਨੇ ਬੰਨੇ ਹੋਏ ਜਿਵੇਂ ਉੜਦਾ ਕਬੂਤਰ ਜਾਂਦਾ ਹੈ। ਮਤਲਬ ਬਹੁਤ ਸੁੰਦਰ ਨੇ, ਸੋਹਣਾ ਸੋਹਣਾ ਭੰਗੜਾ ਪਾਉਂਦੇ ਨੇ ਹੈ ਨਾ। ਫਿਰ ਜਿਵੇਂ ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਲੋਕ ਗੀਤ ਦਾ ਰੂਪ ਕੀ ਹੈ ਬੱਚਿਓ? ਇਹ ਛੋਟੀ ਬੋਲੀ ਹੈ ਕਿ ਲੰਮੀ ਬੋਲੀ ਹੈ? ਇਹ ਇੱਕ ਲੰਮੀ ਬੋਲੀ ਹੈ। ਟਾਹਲੀ ਦੇ ਪਾਵਿਆਂ ਵਰਗੇ ਕੌਣ ਹਨ? ਠੀਕ ਹੈ, ਸਾਡੇ ਪਿੰਡ ਦੇ ਗੱਭਰੂ ਟਾਹਲੀ ਦੇ ਪਾਵਿਆਂ ਵਰਗੇ ਹਨ। ਸਾਡੇ ਪਿੰਡ ਦੇ ਮੁੰਡੇ ਕਿਹੋ ਜਿਹੇ ਚਾਦਰੇ ਬੰਨ੍ਹਦੇ ਹਨ? ਕੰਨੀਦਾਰ ਚਾਦਰੇ। ਮੁੰਡਿਆਂ ਦੇ ਕੁੜਤੇ ਕਿਸ ਕੱਪੜੇ ਦੇ ਬਣੇ ਹੋਏ ਹਨ? ਮਲਮਲ ਦੇ। ਕਿਸ ਕੱਪੜੇ ਦੇ? ਮਲਮਲ ਦੇ। ਪਿੰਡ ਦੇ ਮੁੰਡੇ ਕਿਹੜਾ ਨਾਚ ਨੱਚਦੇ ਹਨ? ਭੰਗੜਾ। ਠੀਕ ਹੈ। ਪਿੰਡ ਤਾਂ ਸਾਡੇ ਡੇਰਾ ਸਾਧ ਦਾ, ਮੈਂ ਸੀ ਗੁਰਮੁਖੀ ਪੜ੍ਹਦਾ, ਬਹਿੰਦਾ ਸਤਸੰਗ 'ਚ ਮਾੜੇ ਬੰਦੇ ਕੋਲ ਨਹੀਂ ਖੜਦਾ, ਜਿਹੜਾ ਫੁੱਲ ਵਿਛੜ ਗਿਆ ਮੁੜਨੀ ਬੇਲ 'ਤੇ ਚੜ੍ਹਦਾ, ਬੋਲੀਆਂ ਪਾਉਣ ਦੀ ਹੋ ਗਈ ਮਨਸ਼ਾ, ਆ ਕੇ ਗਿੱਧੇ ਵਿੱਚ ਵੜਦਾ, ਨਾਲ ਸ਼ੌਂਕ ਦੇ ਪਾਵਾਂ ਬੋਲੀ, ਮੈਂ ਨਹੀਂ ਕਿਸੇ ਤੋਂ ਡਰਦਾ, ਨੌ ਪਰਮੇਸ਼ਰ ਦਾ, ਲੈ ਕੇ ਗਿੱਧੇ ਵਿੱਚ ਵੜਦਾ, ਨੌ ਪਰਮੇਸ਼ਰ ਦਾ। ਸੋ ਇਹਦਾ ਜੋ ਸਿਰਲੇਖ ਸੀ ਬੱਚੋ, ਪਿੰਡ ਤਾਂ ਸਾਡੇ ਹੈ ਨਾ। ਪਿੰਡ ਤਾਂ ਸਾਡੇ ਕੀ ਹੈ? ਇੱਕ ਸਾਧ ਦਾ ਡੇਰਾ। ਠੀਕ ਹੈ, ਪਿੰਡ ਤਾਂ ਸਾਡੇ ਡੇਰਾ ਸਾਧ ਦਾ, ਵੀ ਸਾਡੇ ਪਿੰਡ ਇੱਕ ਸਾਧ ਦਾ ਡੇਰਾ। ਮੈਂ ਸੀ ਗੁਰਮੁਖੀ ਪੜ੍ਹਦਾ, ਉੱਥੇ ਮੈਂ ਕੀ ਕਰਦਾ ਸੀ?
ਗੁਰਮੁਖੀ ਪੜ੍ਹਦਾ ਸੀ। ਮਤਲਬ ਇਸ ਬੋਲੀ ਵਿੱਚ ਇੱਕ ਗੱਭਰੂ ਮੁੰਡਾ ਆਪਣੇ ਮਨ ਵਿੱਚ ਅਧਿਆਤਮਕ ਰਾਹ ਛੱਡ ਕੇ ਗਿੱਧਾ ਪਾਉਣ ਦੀ ਰੁਚੀ ਦੇ ਪੈਦਾ ਹੋਣ ਦਾ ਜ਼ਿਕਰ ਕਰਦਾ ਹੈ। ਠੀਕ ਹੈ ਨਾ, ਵੀ ਉੱਥੇ ਮੈਂ ਗੁਰਮੁਖੀ ਲਿਪੀ ਦੇ ਵਿੱਚ ਪੜ੍ਹਦਾ ਸੀ। ਬਹਿੰਦਾ ਸਤਸੰਗ 'ਚ, ਸਤਸੰਗ ਕੀ ਹੁੰਦਾ ਬੱਚਿਓ? ਚੰਗੇ ਬੰਦਿਆਂ ਦਾ ਸੰਗ ਕਰਨਾ। ਠੀਕ ਹੈ ਨਾ, ਮਾੜੇ ਬੰਦੇ ਕੋਲ ਨਹੀਂ ਖੜਦਾ, ਵੀ ਮੈਂ ਮਾੜੇ ਬੰਦੇ ਦੇ ਕੋਲ ਨਹੀਂ ਖੜਦਾ। ਜਿਹੜਾ ਫੁੱਲ ਵਿਛੜ ਗਿਆ, ਤਾਂ ਉਹ ਕਹਿੰਦੇ ਨੇ ਵੀ ਜਿਹੜਾ ਫੁੱਲ ਇੱਕ ਵਾਰੀ ਵੇਲ ਨਾਲ ਟੁੱਟ ਜਾਂਦਾ ਹੈ ਉਹ ਮੁੜ ਕੇ ਉਸ ਵੇਲ ਦੇ ਉੱਪਰ ਨਹੀਂ ਚੜ੍ਹਦਾ। ਆਪਾਂ ਵੀ ਦੇਖਦੇ ਹਾਂ ਜੋ ਫੁੱਲ ਟੁੱਟ ਗਿਆ ਉਹ ਦੁਬਾਰਾ ਦਰਖਤ 'ਤੇ ਤਾਂ ਨਹੀਂ ਲੱਗਦਾ, ਬਿਲਕੁਲ ਵੀ ਨਹੀਂ ਲੱਗਦਾ। ਬੋਲੀਆਂ ਪਾਉਣ ਦੀ ਹੋ ਗਈ ਮਨਸ਼ਾ। ਮਨਸ਼ਾ ਕੀ ਹੁੰਦੀ ਹੈ? ਇੱਛਾ, ਵੀ ਮੇਰੀ ਬੋਲੀਆਂ ਪਾਉਣ ਦੀ ਇੱਛਾ ਹੋ ਗਈ। ਆ ਕੇ ਗਿੱਧੇ ਵਿੱਚ ਵੜਦਾ। ਠੀਕ ਹੈ ਨਾ, ਮੈਂ ਗਿੱਧੇ ਦੇ ਵਿੱਚ ਆ ਕੇ ਉਦੋਂ ਹੀ ਵੜ ਜਾਂਦਾ ਹਾਂ। ਨਾਲ ਸ਼ੌਂਕ ਦੇ ਪਾਵਾਂ ਬੋਲੀ, ਵੀ ਇੰਨੇ ਸ਼ੌਂਕ ਦੇ ਨਾਲ ਮੈਂ ਬੋਲੀ ਪਾਉਣਾ, ਮੈਂ ਨਹੀਂ ਕਿਸੇ ਤੋਂ ਡਰਦਾ, ਵੀ ਮੈਂ ਕਿਸੇ ਤੋਂ ਨਹੀਂ ਡਰਦਾ ਹੈਗਾ। ਨੌ ਪਰਮੇਸ਼ਰ ਦਾ ਲੈ ਕੇ ਗਿੱਧੇ ਵਿੱਚ ਵੜਦਾ। ਠੀਕ ਹੈ, ਵੀ ਮੈਂ ਉਸ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਨਾਂ ਲੈ ਕੇ ਗਿੱਧੇ ਦੇ ਵਿੱਚ ਵੜਦਾ ਹਾਂ। ਸੋ ਪਿੰਡ ਤਾਂ ਸਾਡੇ, ਇਸ ਬੋਲੀ ਦੇ ਵਿੱਚ ਕਿਹੜੇ ਕਿਹੜੇ ਪ੍ਰਸ਼ਨ ਆ ਸਕਦੇ ਨੇ ਬੱਚੋ? ਪਿੰਡ ਤਾਂ ਸਾਡੇ ਲੰਮੀ ਬੋਲੀ ਵਿੱਚ ਗੱਭਰੂ ਕਿਸ ਦਾ ਨਾਂ ਲੈ ਕੇ ਗਿੱਧੇ ਵਿੱਚ ਵੜਦਾ ਹੈ? ਪਰਮੇਸ਼ਵਰ ਦਾ। ਪਿੰਡ ਵਿੱਚ ਕਿਸ ਦਾ ਡੇਰਾ ਸੀ? ਸਾਧ ਦਾ। ਕਿਸ ਦਾ ਡੇਰਾ ਹੈ ਬੱਚੋ? ਸਾਧ ਦਾ। ਸਾਧ ਦੇ ਡੇਰੇ ਵਿੱਚ ਗੱਭਰੂ ਕੀ ਪੜ੍ਹਦਾ ਏ? ਗੁਰਮੁਖੀ। ਕੀ ਪੜ੍ਹਦਾ ਸੀ? ਗੁਰਮੁਖੀ। ਬੋਲੀਆਂ ਪਾਉਣ ਦੀ ਮਨਸ਼ਾ ਹੋਣ 'ਤੇ ਗੱਭਰੂ ਕਿੱਥੇ ਜਾਂਦਾ ਹੈ? ਗਿੱਧੇ ਦੇ ਵਿੱਚ ਜਾਂਦਾ ਹੈ। ਗੱਭਰੂ ਗਿੱਧੇ ਵਿੱਚ ਬੋਲੀਆਂ ਕਿਸ ਤਰ੍ਹਾਂ ਪਾਉਂਦਾ ਸੀ? ਬੜੇ ਹੀ ਸ਼ੌਂਕ ਦੇ ਨਾਲ। ਠੀਕ ਹੈ ਨਾ, ਅਤੇ ਬੜਾ ਹੀ ਨੀਡਰ ਹੋ ਕੇ ਬੋਲੀਆਂ ਪਾਉਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਬੱਚੋ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਪਹਿਲੀ ਵੀ ਪਿੰਡ 'ਤੇ ਹੀ ਸੀਗੀ ਬੱਚੋ, ਫਿਰ ਦੂਸਰੀ ਵੀ ਸਾਡੇ ਪਿੰਡ 'ਤੇ ਆ, ਤੀਸਰੀ ਜੋ ਲੰਮੀ ਬੋਲੀ ਆ ਉਹ ਵੀ ਪਿੰਡ 'ਤੇ ਆ। ਠੀਕ ਹੈ, ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਲੱਲੀਆਂ, ਉੱਥੋਂ ਦੇ ਦੋ ਬਲਦ ਸੁਣੀਂਦੇ, ਗਲ ਵਿੱਚ ਉਹਨਾਂ ਦੇ ਟੱਲੀਆਂ, ਭੱਜ ਭੱਜ ਕੇ ਉਹ ਮੱਕੀ ਬੀਜਦੇ, ਗਿੱਠ ਗਿੱਠ ਲੱਗੀਆਂ ਛੱਲੀਆਂ, ਮੇਲਾ ਮੁਕਤਸਰ ਦਾ, ਦੋ ਮੁਟਿਆਰਾਂ ਚੱਲੀਆਂ। ਮੇਲਾ ਮੁਕਤਸਰ ਦਾ, ਦੋ ਮੁਟਿਆਰਾਂ ਚੱਲੀਆਂ। ਇਸ ਬੋਲੀ ਵਿੱਚ ਲੱਲੀਆਂ ਪਿੰਡ ਦੇ ਮੇਲੇ ਤੇ ਮੁਕਤਸਰ ਦੇ ਮੇਲੇ ਦਾ ਜ਼ਿਕਰ ਹੈ। ਲੱਲੀਆਂ ਪਿੰਡਾਂ ਵਿੱਚੋਂ ਸਭ ਤੋਂ ਵਿਸ਼ੇਸ਼ ਪਿੰਡ ਸੁਣਿਆ ਜਾਂਦਾ ਹੈ। ਉੱਥੋਂ ਦੇ ਦੋ ਬਲਦ, ਉੱਥੋਂ ਦੇ ਦੋ ਬਲਦ ਸੁਣੇ ਜਾਂਦੇ ਹਨ। ਠੀਕ ਹੈ ਨਾ, ਗਲ ਉਹਨਾਂ ਦੇ ਟੱਲੀਆਂ, ਉਹਨਾਂ ਦੇ ਗਲ ਵਿੱਚ ਕੀ ਹਨ? ਟੱਲੀਆਂ ਹਨ। ਭੱਜ ਭੱਜ ਕੇ ਉਹ ਮੱਕੀ ਬੀਜਦੇ, ਮਤਲਬ ਉਹ ਭੱਜ ਭੱਜ ਕੇ ਕੀ ਕਰਦੇ ਨੇ? ਸਿਹਤਮੰਦ ਬਲਦ ਨੇ, ਮੱਕੀ ਬੀਜਦੇ ਨੇ। ਠੀਕ ਹੈ ਨਾ, ਬਹੁਤ ਸਿਹਤਮੰਦ ਬਲਦ ਨੇ। ਗਿੱਠ ਗਿੱਠ ਲੱਗੀਆਂ ਛੱਲੀਆਂ, ਵੀ ਉਹਨਾਂ ਦੀ ਮਿਹਨਤ ਕਰਕੇ ਗਿੱਠ ਗਿੱਠ ਛੱਲੀਆਂ ਲੱਗ ਗਈਆਂ। ਬੱਚੋ ਜਿਸ ਤਰ੍ਹਾਂ ਘਰ ਦੇ ਮੈਂਬਰਾਂ ਦੀ ਪਹਿਲਾਂ ਇੱਜ਼ਤ ਹੁੰਦੀ ਸੀ ਨਾ, ਇਸ ਤਰ੍ਹਾਂ ਬਲਦਾਂ ਦੀ ਵੀ ਇੱਜ਼ਤ ਹੁੰਦੀ ਸੀ। ਲੋਕਾਂ ਦੇ ਖਾਨਦਾਨ ਇਸ ਗੱਲੋਂ ਜਾਣੇ ਜਾਂਦੇ ਸਨ ਕਿ ਉਹਨਾਂ ਦੇ ਘਰ ਦੇ ਵਿੱਚ ਕਿੰਨੇ ਪੁੱਤਰ ਹਨ। ਠੀਕ ਹੈ ਨਾ, ਉਹਨਾਂ ਦਾ ਪਰਿਵਾਰ ਕਿੰਨਾ ਵੱਡਾ ਹੈ ਅਤੇ ਕਿੰਨੇ ਬਲਦ ਹਨ। ਠੀਕ ਹੈ ਨਾ, ਸੋ ਬਲਦਾਂ ਦੀ ਬਹੁਤ ਇੱਜ਼ਤ ਹੁੰਦੀ ਸੀ ਬੱਚਿਓ, ਕਿਉਂਕਿ ਖੇਤੀ ਬਲਦਾਂ ਦੇ ਸਿਰ 'ਤੇ ਹੀ ਹੁੰਦੀ ਸੀ। ਅਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ? ਗਿੱਠ ਗਿੱਠ ਲੱਗੀਆਂ ਛੱਲੀਆਂ, ਮੇਲਾ ਮੁਕਤਸਰ ਦਾ, ਦੋ ਮੁਟਿਆਰਾਂ ਚੱਲੀਆਂ। ਮੁਕਤਸਰ ਦਾ ਮੇਲਾ ਬੱਚੋ ਬਹੁਤ ਮਸ਼ਹੂਰ ਹੈ, ਲੋਕ ਦੂਰੋਂ ਦੂਰੋਂ ਮੇਲਾ ਵੇਖਣ ਆਉਂਦੇ ਨੇ। ਇਸ ਤਰ੍ਹਾਂ ਉਹ ਦੋ ਮੁਟਿਆਰਾਂ ਕੀ ਕਰਨ ਜਾ ਰਹੀਆਂ ਨੇ? ਉਹ ਮੇਲਾ ਵੇਖਣ ਜਾ ਰਹੀਆਂ ਨੇ ਮੁਕਤਸਰ ਸਾਹਿਬ ਦਾ। ਠੀਕ ਹੈ ਨਾ, ਹੁਣ ਲੱਲੀਆਂ ਪਿੰਡ ਦੀ ਕਿਹੜੀ ਚੀਜ਼ ਮਸ਼ਹੂਰ ਹੈ? ਬਲਦ। ਪਿੰਡ ਦੇ ਬਲਦਾਂ ਦੇ ਗਲ ਵਿੱਚ ਕੀ ਪਾਇਆ ਹੋਇਆ ਹੈ? ਟੱਲੀਆਂ ਪਾਈਆਂ ਹੋਣ। ਕੀ ਪਾਇਆ ਹੋਇਆ ਹੈ? ਟੱਲੀਆਂ ਪਾਈਆਂ ਹੋਈਆਂ ਹਨ। ਪਿੰਡ ਦੇ ਬਲਦ ਭੱਜ ਭੱਜ ਕੇ ਕੀ ਬੀਜਦੇ ਸਨ? ਕੀ ਬੀਜਦੇ ਸਨ ਬੱਚਿਓ? ਮੱਕੀ। ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਬੋਲੀ ਵਿੱਚ ਕਿਹੜੇ ਮੇਲੇ ਦੀ ਗੱਲ ਕੀਤੀ ਗਈ ਹੈ? ਮੁਕਤਸਰ ਦੇ। ਕਿਹੜੇ ਮੇਲੇ ਦੀ? ਮੁਕਤਸਰ ਦੇ। ਮੁਕਤਸਰ ਦੇ ਮੇਲੇ ਕੌਣ ਚੱਲੀਆਂ ਸਨ? ਦੋ ਮੁਟਿਆਰਾਂ। ਕੌਣ ਚੱਲੀਆਂ ਸਨ ਬੱਚਿਓ? ਦੋ ਮੁਟਿਆਰਾਂ। ਫਿਰ ਉਸ ਤੋਂ ਬਾਅਦ ਜੋ ਬੋਲੀ ਹੈ ਕਿਹੜੀ ਆ ਉਹ? ਕਾਲਿਆ ਹਰਨਾ। ਕਾਲਿਆ ਹਰਨਾ ਰੋਈਏ ਫਿਰਨਾ, ਤੇਰੇ ਪੈਰੀ ਝਾਂਜਰਾਂ ਪਾਈਆਂ, ਸਿੰਘਾਂ ਤੇਰਿਆਂ 'ਤੇ ਕੀ ਕੁਛ ਲਿਖਿਆ, ਤਿੱਤਰ ਤੇ ਮੁਰਗਾਈਆਂ,
ਚੱਬਣ ਨੂੰ ਤੇਰੇ ਮੋਠ ਬਾਜਰਾ, ਪਹਿਨਣ ਨੂੰ ਮੁਗਲਾਈਆਂ। ਅੱਗੇ ਤਾਂ ਟੱਪਦਾ 9 ਕੋਠੇ, ਹੁਣ ਨੀ ਟੱਪਦੀਆਂ ਖਾਈਆਂ। ਖਾਈ ਟੱਪਦੀ ਦੇ ਵੱਜਿਆ ਕੰਡਾ, ਦੇਵੇ ਰਾਮ ਦੁਹਾਈਆਂ। ਮਾਸ ਮਾਸ ਤੇਰਾ ਕੁੱਤਿਆਂ ਖਾਧਾ, ਹੱਡੀਆਂ ਰੇਤ ਰਲਾਈਆਂ। ਜਿਊਣੇ ਮੌੜ ਦੀਆਂ 7 ਰੰਗੀਆਂ ਭਰਜਾਈਆਂ, ਜਿਊਣੇ ਮੌੜ ਦੀਆਂ 7 ਰੰਗੀਆਂ ਭਰਜਾਈਆਂ। ਇਸ ਵਿੱਚ ਕਾਲੇ ਹਿਰਨ ਦੇ ਚਿੰਨ੍ਹ ਨਾਲ ਜਿਊਣੇ ਮੌੜ ਦੀ ਸੂਰਮਗਤੀ, ਮੌਤ ਤੇ ਲੋਕਪ੍ਰਿਯਤਾ ਨੂੰ ਗਾਇਆ ਜਾਣ ਵਾਲਾ ਇਹ ਲੋਕ ਗੀਤ ਹੈ। ਕਾਲਿਆ ਹਿਰਨਾ ਰੋਈਏ ਫਿਰਨਾ। ਰੋਈ ਕੀ ਹੁੰਦਾ ਇਹਨੇ ਬੱਚੋ? ਰੋਹੀ ਬੀਆਬਾਨ, ਜਿੱਥੇ ਜੰਗਲ ਹੁੰਦਾ ਪੂਰਾ। ਵੀ ਕਾਲਿਆ ਹਿਰਨਾ ਤੇਰੇ ਭਾਗਾਂ ਦੇ ਵਿੱਚ ਜੰਗਲਾਂ ਬੀਆਬਾਨਾਂ ਵਿੱਚ ਘੁੰਮਣਾ ਲਿਖਿਆ ਹੈ। ਤੇਰੇ ਪੈਰੀਂ ਝਾਂਜਰਾਂ ਪਾਈਆਂ, ਤੇਰੇ ਪੈਰਾਂ ਦੇ ਵਿੱਚ ਕੀ ਪਾਈਆਂ ਨੇ? ਝਾਂਜਰਾਂ ਪਾਈਆਂ ਨੇ। ਠੀਕ ਹੈ ਨਾ। ਸਿੰਗਾਂ ਤੇਰਿਆਂ 'ਤੇ ਕੀ ਕੁਛ ਲਿਖਿਆ? ਵੀ ਤੇਰੇ ਸਿੰਗਾਂ ਉੱਪਰ ਕੀ ਕੁਝ ਲਿਖਿਆ ਗਿਆ ਹੈ? ਤਿੱਤਰ ਤੇ ਮੁਰਗਾਈਆਂ। ਤਿੱਤਰ ਤੇ ਮੁਰਗਾਈਆਂ ਤੇਰੇ ਚਿੱਤਰ ਉਲੀਕੇ ਹੋਏ ਨੇ ਹਨ। ਜਿਹੜੇ ਹਿਰਨ ਹੁੰਦੇ ਨੇ ਬੱਚੇ, ਉਹਨਾਂ ਦੇ ਸਿੰਗ ਬਹੁਤ ਸੁੰਦਰ ਹੁੰਦੇ ਨੇ ਨਾ, ਇਸ ਲਈ ਮਤਲਬ ਸੋਹਣੇ ਸੋਹਣੇ ਜਿਹੜੇ ਤੇਰੇ ਸਿੰਗ ਨੇ ਉਹਨਾਂ ਦੇ ਉੱਪਰ ਤਿੱਤਰ ਤੇ ਮੁਰਗਾਬੀਆਂ ਦੇ ਚਿੱਤਰ ਉਲੀਕੇ ਹੋਏ ਹਨ। ਚੱਬਣ ਨੂੰ ਤੇਰੇ ਮੋਠ ਬਾਜਰਾ, ਪਹਿਨਣ ਨੂੰ ਮੁਗਲਾਈਆਂ। ਮੁਗਲਾਈਆਂ ਕੀ ਹੁੰਦੇ ਨੇ? ਖੁੱਲ੍ਹੇ ਕੁੜਤੇ ਹੈ ਨਾ। ਵੀ ਤੇਰੇ ਚੱਬਣ ਨੂੰ ਕੀ ਨੇ? ਮੋਠ ਬਾਜਰਾ ਏ। ਠੀਕ ਹੈ। ਪਹਿਨਣ ਨੂੰ ਖੁੱਲ੍ਹੇ ਕੁੜਤੇ ਹਨ। ਤੇ ਅੱਗੇ ਤਾਂ ਟੱਪਦਾ 9 ਕੋਠੇ, ਵੀ ਪਹਿਲਾਂ ਤੂੰ ਇੰਨਾ ਬਹਾਦਰ ਸੀ, ਕਿਉਂਕਿ ਇਹਨਾਂ ਦੀ ਚਾਲ ਬਹੁਤ ਤੇਜ਼ ਹੁੰਦੀ ਹੈ, ਵੀ 9 ਕੋਠੇ ਇਕੱਠਾ ਟੱਪ ਜਾਂਦਾ ਸੀ। ਹੁਣ ਨਹੀਂ ਟੱਪਦੀਆਂ ਖਾਈਆਂ। ਠੀਕ ਹੈ ਨਾ। ਵੀ ਹੁਣ ਤੇ ਤੋਂ ਖਾਈ ਵੀ ਨਹੀਂ, ਛੋਟੀ ਜਿਹੀ ਖਾਈ ਨਹੀਂ ਟੱਪੀ ਜਾਂਦੀ। ਫਿਰ ਉਸ ਤੋਂ ਬਾਅਦ ਖਾਈ ਟੱਪਦੀ ਦੇ ਵੱਜਿਆ ਕੰਡਾ, ਦੇਵੇ ਰਾਮ ਦੁਹਾਈਆਂ। ਵੀ ਤੂੰ ਛੋਟੀ ਜਿਹੀ ਖਾਈ ਟੱਪਦਾ ਸੀ, ਠੀਕ ਹੈ, ਤਾਂ ਤੇਰੇ ਕੀ ਕੰਡਾ ਵੱਜਿਆ, ਦੁਹਾਈ ਦੇ ਕੇ ਰੱਬ ਨੂੰ ਸਹਾਇਤਾ ਲਈ ਤੂੰ ਪੁਕਾਰਨ ਲੱਗਿਆ। ਮਾਸ ਮਾਸ ਤੇਰਾ ਕੁੱਤਿਆਂ ਖਾਧਾ, ਹੱਡੀਆਂ ਰੇਤ ਰਲਾਈਆਂ। ਠੀਕ ਹੈ। ਵੀ ਤੇਰਾ ਕੱਲਾ ਕੱਲਾ ਮਾਸ ਕਿਹਨਿਆਂ ਨੇ ਖਾ ਲਿਆ? ਕੁੱਤਿਆਂ ਨੇ। ਵੀ ਹੱਡੀਆਂ ਕਾਹਦੇ ਵਿੱਚ ਰਲਾਤੀਆਂ? ਠੀਕ ਹੈ, ਰੇਤ ਦੇ ਵਿੱਚ ਰਲਾਤੀਆਂ। ਉਸ ਤੋਂ ਬਾਅਦ ਜਿਊਣੇ ਮੌੜ ਦੀਆਂ 7 ਰੰਗੀਆਂ ਭਰਜਾਈਆਂ। ਵੀ ਜਿਊਣਾ ਮੌੜ ਸੂਰਮਾ ਹੋਇਆ ਆਪਣੇ, ਬਹੁਤ ਲੋਕ ਨਾਇਕ, ਬਹਾਦਰ ਲੋਕ ਨਾਇਕ ਸੀ ਇਹ। ਠੀਕ ਹੈ ਨਾ। ਪਰ ਉਹ ਇੰਨਾ ਹਰਮਨ ਪਿਆਰਾ ਸੀ ਕਿ ਇਸਤਰੀਆਂ ਉਸ ਨੂੰ ਭਰਜਾਈਆਂ ਵਾਲਾ ਪਿਆਰ ਕਰਦੀਆਂ ਸਨ। ਠੀਕ ਹੈ ਨਾ। ਕਿਉਂਕਿ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਉਹ ਗਰੀਬਾਂ ਦੀ ਮਦਦ ਕਰਦਾ ਸੀ ਜਿਊਣਾ ਮੌੜ। ਹੁਣ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਦੇ ਹਾਂ ਬੱਚੋ। ਕਾਲਾ ਹਿਰਨ ਕਿੱਥੇ ਫਿਰਦਾ ਹੈ? ਰੋਈਆਂ ਦੇ ਵਿੱਚ। ਕਾਲੇ ਹਿਰਨ ਦੇ ਪੈਰਾਂ ਵਿੱਚ ਕੀ ਪਾਇਆ ਹੈ? ਝਾਂਜਰਾਂ। ਤਿੱਤਰ ਤੇ ਮੁਰਗਾਈਆਂ ਕਿਸ ਦੇ ਸਿੰਗਾਂ 'ਤੇ ਉਲੀਕੇ ਹੋਏ ਹਨ? ਕਾਲੇ ਹਿਰਨ ਦੇ। ਕਾਲਾ ਹਿਰਨ ਕੀ ਚਰਦਾ ਹੈ? ਮੋਠ ਤੇ ਬਾਜਰਾ। ਕਾਲਾ ਹਿਰਨ ਪਹਿਲਾਂ ਕੀ ਟੱਪ ਜਾਂਦਾ ਸੀ? 9 ਕੋਠੇ। ਖਾਈ ਟੱਪਦੇ ਦੇ ਕੀ ਵੱਜਾ ਸੀ ਹਿਰਨ ਦੇ? ਕੰਡਾ। ਕਾਲੇ ਹਿਰਨ ਦਾ ਮਾਸ ਕਿਹਨਾਂ ਨੇ ਖਾਧਾ ਸੀ? ਕੁੱਤਿਆਂ ਨੇ। ਕਾਲੇ ਹਿਰਨ ਦੀਆਂ ਹੱਡੀਆਂ ਕਾਹਦੇ ਵਿੱਚ ਰਲਾ ਦਿੱਤੀਆਂ ਸਨ? ਰੇਤ ਵਿੱਚ। ਕਾਲਿਆਂ ਹਰਨਾ ਬੋਲੀ ਵਿੱਚ ਕਿਹੜੇ ਲੋਕ ਨਾਇਕ ਦਾ ਜ਼ਿਕਰ ਆਇਆ ਹੈ? ਜਿਊਣੇ ਮੌੜ ਦਾ। ਜਿਊਣੇ ਮੌੜ ਦੀਆਂ ਭਰਜਾਈਆਂ ਜੋ ਸਨ ਕਿਹੋ ਜਿਹੀਆਂ ਸਨ? 7 ਰੰਗੀਆਂ। ਠੀਕ ਹੈ ਨਾ। ਉਸ ਤੋਂ ਬਾਅਦ ਆ ਗਈ ਬੱਚੋ ਜੋ ਬੋਲੀ ਹੈ, ਲੰਮੀ ਬੋਲੀ। ਸੁਣਨੀ ਕੁੜੀਏ ਸੁਣਨੀ ਚਿੜੀਏ, ਤੇਰਾ ਪੁੰਨਿਆ ਤੋਂ ਰੂਪ ਸਵਾਇਆ। ਵਿੱਚ ਸਖੀਆਂ ਦੇ ਪੈਲਾਂ ਪਾਵੇਂ, ਤੈਨੂੰ ਨੱਚਣਾ ਕਿਹਨੇ ਸਿਖਾਇਆ। ਤੂੰ ਹੱਸਦੀ ਦਿਲ ਰਾਜ਼ੀ ਸਭ ਦਾ, ਜਿਉਂ ਬਿਰਛਾਂ ਦੀ ਛਾਇਆ। ਨੱਚ ਨੱਚ ਕੇ ਤੂੰ ਹੋ ਗਈ ਦੂਰੀ, ਭਾਗ ਗਿੱਧੇ ਨੂੰ ਲਾਇਆ। ਪਰੀਏ ਰੂਪ ਦੀਏ ਤੈਨੂੰ ਰੱਬ ਨੇ ਆਪ ਬਣਾਇਆ। ਪਰੀਏ ਰੂਪ ਦੀਏ ਤੈਨੂੰ ਰੱਬ ਨੇ ਆਪ ਬਣਾਇਆ। ਬਹੁਤ ਸੋਹਣੀ ਬੋਲੀ ਹੈ ਬੱਚੋ। ਇਸ ਵਿੱਚ ਗਿੱਧੇ ਵਿੱਚ ਨੱਚਦੀ ਕੁੜੀ ਦੇ ਰੂਪ ਦੀ ਪ੍ਰਸ਼ੰਸਾ ਕੀਤੀ ਗਈ ਹੈ। ਠੀਕ ਹੈ ਨਾ। ਵੀ ਜੋ ਗਿੱਧੇ ਵਿੱਚ ਕੁੜੀ ਨੱਚਦੀ ਹੈ ਉਸ ਨੂੰ ਕਿਹਾ ਗਿਆ ਸੁਣਨੀ ਕੁੜੀਏ ਸੁਣਨੀ ਚਿੜੀਏ। ਵੀ ਚਿੜੀਆਂ ਵਰਗੀ ਕੁੜੀਏ ਤੇਰਾ ਪੁੰਨਿਆ ਤੋਂ ਰੂਪ ਸਵਾਇਆ। ਵੀ ਪੁੰਨਿਆ ਦਾ ਜਿੱਦਾਂ ਚੰਦ ਹੁੰਦਾ ਨਾ ਚਮਕਦਾਰ, ਬਹੁਤ ਸੋਹਣਾ, ਵੀ ਉਸ ਤਰ੍ਹਾਂ ਦਾ ਤੇਰਾ ਕੀ ਆ? ਇੱਕ ਰੂਪ ਹੈ, ਉਸ ਤਰ੍ਹਾਂ ਚਮਕ ਰਿਹਾ। ਵਿੱਚ ਸਖੀਆਂ ਦੇ ਪੈਲਾਂ ਪਾਵੇਂ, ਤੂੰ ਮੋਰਾਂ ਦੀ ਤਰ੍ਹਾਂ ਸਖੀਆਂ ਦੇ ਵਿੱਚ ਪੈਲਾਂ ਪਾਉਣੀਆਂ। ਮਤਲਬ ਜੋ ਪੈਲਾਂ ਪਾਉਂਦਾ ਮੋਰ ਆ, ਸੋਹਣਾ ਲੱਗਦਾ ਨਾ, ਉਹ ਇਸ ਤਰ੍ਹਾਂ ਉਹ ਸੋਹਣੀ ਲੱਗਦੀ ਹੈ। ਤੈਨੂੰ ਨੱਚਣਾ ਕਿਹਨੇ ਸਿਖਾਇਆ? ਵੀ ਤੈਨੂੰ ਕਿਹਨੇ ਸਿਖਾਇਆ ਇੰਨਾ ਸੋਹਣਾ ਨੱਚਣਾ। ਤੂੰ ਹੱਸਦੀ ਦਿਲ ਰਾਜ਼ੀ ਸਭ ਦਾ, ਵੀ ਜਦੋਂ ਤੂੰ ਹੱਸਦੀ ਹੈ ਤਾਂ ਸਾਰਿਆਂ ਦਾ ਦਿਲ ਰਾਜ਼ੀ ਹੁੰਦਾ ਹੈ।
ਜਿਉਂ ਬਿਰਛਾਂ ਦੀ ਛਾਇਆ, ਜਿਵੇਂ ਬਿਰਛਾਂ ਦੀ ਠੰਡੀ ਠੰਡੀ ਛਾਂ ਏ, ਸਾਰੇ ਖੁਸ਼ ਹੋ ਜਾਂਦੇ ਨੇ ਅੰਦਰੋਂ। ਨੱਚ ਨੱਚ ਕੇ ਤੂੰ ਹੋ ਗਈ ਦੂਰੀ, ਵੀ ਨੱਚ ਨੱਚ ਕੇ ਤੂੰ ਦੂਰ ਹੀ ਹੋ ਗਈ, ਇੰਨਾ ਸੋਹਣਾ ਨੱਚ ਰਹੀ ਆਂ। ਭਾਗ ਗਿੱਧੇ ਨੂੰ ਲਾਇਆ, ਵੀ ਤੂੰ ਪੂਰੇ ਦੇ ਪੂਰੇ ਗਿੱਧੇ ਨੂੰ ਕੀ ਲਾਤਾ, ਭਾਗ ਲਾਤਾ। ਪਰੀਏ ਰੂਪ ਦੀਏ, ਤੈਨੂੰ ਰੱਬ ਨੇ ਆਪ ਬਣਾਇਆ, ਵੀ ਹੇ ਪਰੀਏ ਰੂਪ ਦੀਏ, ਵੀ ਤੈਨੂੰ ਖੁਦ ਪਰਮਾਤਮਾ ਨੇ ਬਣਾਇਆ, ਇੰਨਾ ਸੋਹਣਾ ਬਣਾਇਆ। ਅਤੇ ਕੁੜੀ ਦੀ ਉਸਤਤ ਕੀਤੀ ਗਈ ਹੈ ਬੱਚਿਓ, ਠੀਕ ਹੈ ਨਾ, ਵੀ ਉਹਦਾ ਰੂਪ ਪੂਰਨਮਾਸ਼ੀ ਦੀ ਤਰ੍ਹਾਂ ਹੀ, ਜਿਵੇਂ ਚਾਨਣੇ ਪੱਖ ਦੀ 15ਵੀਂ ਤਿਥ ਹੁੰਦੀ ਹੈ ਇਹ। ਕੁੜੀ ਦਾ ਰੂਪ ਕਿਹੋ ਜਿਹਾ, ਪੁੰਨਿਆਂ ਦੀ ਤਰ੍ਹਾਂ, ਠੀਕ ਹੈ ਨਾ। ਅਤੇ ਰੂਪ ਸਵਾਇਆ ਕਿਵੇਂ ਹੁੰਦਾ ਬੱਚੋ, ਖੂਬਸੂਰਤੀ ਵੱਧ ਗਈ, ਮਤਲਬ ਕੁੜੀ ਨੱਚਦੀ ਕਿਸ ਤਰ੍ਹਾਂ ਦੀ ਸੀ, ਮਤਲਬ ਲੱਗਦੀ ਸੀ ਜਿਵੇਂ ਉਹ ਪਹਿਲਾਂ ਪਾਉਂਦੀ ਹੈ। ਕੁੜੀ ਦੇ ਹੱਸਣ ਨਾਲ ਕੀ ਹੁੰਦਾ ਹੈ, ਸਾਰਿਆਂ ਦਾ ਦਿਲ ਖੁਸ਼। ਗਿੱਧੇ ਨੂੰ ਭਾਗ ਕਿਸ ਨੇ ਲਾਇਆ, ਸੋਹਣੀ ਕੁੜੀ ਨੇ। ਗੱਭਰੂ ਕੁੜੀ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ, ਰੂਪ ਦੀ ਪਰੀ। ਗੱਭਰੂ ਅਨੁਸਾਰ ਕੁੜੀ ਨੂੰ ਕਿਸ ਨੇ ਬਣਾਇਆ ਹੈ, ਰੱਬ ਨੇ ਆਪ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਬੱਚੋ, ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮੈਂ ਵੀ ਆਖਾਂ ਮਹਿੰਦੀ, ਬਾਗਾਂ ਦੇ ਵਿੱਚ ਸਸਤੀ ਮਿਲਦੀ, ਹੱਟੀਆਂ 'ਤੇ ਮਿਲਦੀ ਮਹਿੰਗੀ, ਹੇਠਾਂ ਕੁੰਡਾ ਉੱਤੇ ਸੋਟਾ, ਚੋਟ ਦੋਹਾਂ ਦੀ ਸਹਿੰਦੀ, ਘੋਟ ਘੋਟ ਮੈਂ ਹੱਥਾਂ 'ਤੇ ਲਾਈ, ਬੱਤੀਆਂ ਬਣ ਬਣ ਲੈਂਦੀ, ਮਹਿੰਦੀ ਸ਼ਗਨਾਂ ਦੀ ਬਿਨ ਧੋਤਿਆਂ ਨਹੀਂ ਲੈਂਦੀ, ਮਹਿੰਦੀ ਸ਼ਗਨਾਂ ਦੀ ਬਿਨ ਧੋਤਿਆਂ ਨਹੀਂ ਲੈਂਦੀ, ਜਾਂ ਬੋਲ ਸ਼ਰੀਕਾਂ ਦੇ ਮੈਂ ਨੀ ਬਾਬਲਾ ਸਹਿੰਦੀ। ਬਹੁਤ ਸੋਹਣੀ ਬੋਲੀ ਹੈ ਬੱਚੋ। ਇਸ ਦੇ ਵਿੱਚ ਇੱਕ ਮੁਟਿਆਰ ਮਹਿੰਦੀ ਬਾਰੇ ਆਪਣੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਮੁਟਿਆਰ ਕਹਿੰਦੀ ਹੈ ਕਿ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮੈਂ ਵੀ ਆਖਾਂ ਮਹਿੰਦੀ, ਵੀ ਸਾਰੇ ਕਹਿੰਦੇ ਨੇ ਮੈਂ ਵੀ ਮਹਿੰਦੀ ਆਖ ਦਿਆਂ। ਬਾਗਾਂ ਦੇ ਵਿੱਚ ਸਸਤੀ ਮਿਲਦੀ, ਹੱਟੀਆਂ 'ਤੇ ਮਿਲਦੀ ਮਹਿੰਗੀ, ਵੀ ਬਾਗਾਂ ਦੇ ਵਿੱਚ ਇਹ ਬਹੁਤ ਸਸਤੀ ਮਿਲਦੀ ਆ, ਹੱਟੀਆਂ ਦੇ ਵਿੱਚ ਕੀ ਮਿਲਦੀ ਹੈ, ਇਹ ਮਹਿੰਗੀ ਮਿਲਦੀ ਆ। ਮਹਿੰਦੀ ਬੱਚੋ ਕਿੱਥੋਂ ਆਉਂਦੀ ਹੈ, ਇੱਕ ਬੂਟਾ ਹੁੰਦਾ ਮਹਿੰਦੀ ਦਾ, ਠੀਕ ਹੈ, ਉਸ ਦੀਆਂ ਪੱਤੀਆਂ ਨੇ ਜਿਹੜੀਆਂ, ਉਸ ਦੇ ਰਾਹੀਂ ਮਹਿੰਦੀ ਬਣਦੀ ਆ। ਪਹਿਲਾਂ ਲੋਕ ਮੁੱਲ ਮਹਿੰਦੀ ਨਹੀਂ ਸੀ ਲੈਂਦੇ, ਕਿਉਂਕਿ ਦੁਕਾਨਾਂ ਹੀ ਬਹੁਤ ਘੱਟ ਹੁੰਦੀਆਂ ਸਨ, ਮਹਿੰਦੀ ਦੇ ਬੂਟੇ ਲੱਗੇ ਹੁੰਦੇ ਸਨ, ਉਹਦੇ ਪੱਤਿਆਂ ਨੂੰ ਤੋੜ ਕੇ ਕੁੰਡੀ ਸੋਟੇ ਨਾਲ ਰਗੜ ਕੇ ਉਸ ਨੂੰ ਹੱਥਾਂ 'ਤੇ ਲਾਇਆ ਜਾਂਦਾ ਸੀ। ਜਿਵੇਂ ਇਹਨਾਂ ਨੇ ਕਿਹਾ, ਬਾਗਾਂ ਦੇ ਵਿੱਚ ਸਸਤੀ ਮਿਲਦੀ, ਹੱਟੀਆਂ 'ਤੇ ਮਿਲਦੀ ਮਹਿੰਗੀ, ਠੀਕ ਹੈ ਨਾ। ਬਾਗਾਂ ਦੇ ਵਿੱਚ ਤਾਂ ਬੂਟੇ ਨੇ, ਪਰ ਹੱਟੀਆਂ ਦੇ ਵਿੱਚ ਇਹ ਮਹਿੰਗੀ ਮਿਲਦੀ ਆ। ਹੇਠਾਂ ਕੁੰਡਾ ਉੱਤੇ ਸੋਟਾ, ਕੁੰਡੀ ਸੋਟਾ ਜਿਹੜੇ ਆਪਾਂ ਮਸਾਲਾ ਰਗੜਦੇ ਹਾਂ ਬੱਚਿਓ, ਹੈ ਨਾ। ਅਤੇ ਉਸ ਤੋਂ ਬਾਅਦ ਚੋਟ ਦੋਹਾਂ ਦੀ ਸਹਿੰਦੀ, ਦੋਹਾਂ ਦੀ ਚੋਟ ਸਹਿੰਦੀ ਹੈ ਇਹ। ਘੋਟ ਘੋਟ ਮੈਂ ਹੱਥਾਂ 'ਤੇ, ਵੀ ਮਹਿੰਦੀ ਨੂੰ ਪੱਤਿਆਂ ਨੂੰ ਪੂਰੀ ਤਰ੍ਹਾਂ ਘੋਟ ਲਿਆ ਮੈਂ, ਫਿਰ ਉਹਨਾਂ ਨੂੰ ਹੱਥਾਂ 'ਤੇ ਲਾਇਆ, ਵੀ ਇੰਨੀ ਸੋਹਣੀ ਘੋਟੀ ਗਈ ਉਹ, ਬੱਤੀਆਂ ਬਣ ਬਣ ਕੇ ਲੈ ਰਹੀ ਆ। ਇਹ ਨਹੀਂ ਹੈਗਾ ਵੀ ਪੱਤੇ ਹੱਥ 'ਤੇ ਲਾਏ ਨੇ ਉਂਝ ਹੀ ਉਤਰ ਜਾਣਗੇ, ਵੀ ਇੰਨੀ ਘੋਲੀ ਗਈ ਘੋਟੀ ਗਈ ਵੀ ਉਹ ਬੱਤੀਆਂ ਬਣ ਬਣ ਕੇ ਉਤਰ ਰਹੀ ਆ। ਮਹਿੰਦੀ ਸ਼ਗਨਾਂ ਦੀ ਬਿਨ ਧੋਤਿਆਂ ਨਾਲ ਲੈਂਦੀ, ਵੀ ਇੰਨੀ ਸੋਹਣੀ ਉਹ ਘੋਟੀ ਗਈ ਹੈ, ਵੀ ਪੱਤੇ ਤਾਂ ਨਾਲ ਦੀ ਨਾਲ ਲੈ ਜਾਣਗੇ, ਵੀ ਉਹ ਨਹੀਂ ਲੈਂਦੀ, ਵੀ ਧੋਤਿਆਂ ਵਗੈਰਾ ਇੰਨੀ ਸੋਹਣੀ ਆ। ਅੱਗੇ ਆ ਗਿਆ, ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ, ਵੀ ਜੋ ਸ਼ਰੀਕਾਂ ਦੇ ਬੋਲ ਨੇ ਉਹ ਮੈਂ ਬਿਲਕੁਲ ਵੀ ਨਹੀਂ ਸਹਿ ਸਕਦੀ, ਠੀਕ ਹੈ ਨਾ। ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ, ਮਹਿੰਦੀ ਸਸਤੀ ਕਿੱਥੇ ਮਿਲਦੀ ਹੈ, ਬਾਗਾਂ ਦੇ ਵਿੱਚ। ਮਹਿੰਦੀ ਮਹਿੰਗੀ ਕਿੱਥੇ ਮਿਲਦੀ ਹੈ, ਹੱਟੀਆਂ ਉੱਤੇ। ਮਹਿੰਦੀ ਕਿਸ ਦੀ ਚੋਟ ਸਹਿੰਦੀ ਹੈ, ਕੁੰਡੀ ਸੋਟੇ ਦੀ, ਠੀਕ ਹੈ। ਕੁੰਡੀ ਸੋਟੇ ਨਾਲ ਮਹਿੰਦੀ ਨੂੰ ਕੀ ਕੀਤਾ ਜਾਂਦਾ ਹੈ, ਘੋਟਿਆ ਜਾਂਦਾ ਹੈ। ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਬੋਲੀ ਅਨੁਸਾਰ ਕਿਹੜੀ ਮਹਿੰਦੀ ਬਿਨਾਂ ਧੋਤਿਆਂ ਨਹੀਂ ਲੈਂਦੀ, ਸ਼ਗਨਾਂ ਦੀ, ਠੀਕ ਹੈ ਨਾ। ਕੁੜੀ ਕਿਹਨਾਂ ਦੇ ਬੋਲ ਨਹੀਂ ਸਹਾਰ ਸਕਦੀ, ਸ਼ਰੀਕਾਂ ਦੇ। ਉਸ ਤੋਂ ਬਾਅਦ ਆ ਗਿਆ ਬੱਚੋ, ਦੇਸ਼ ਮੇਰੇ ਦੇ ਬਾਂਕੇ ਗੱਭਰੂ, ਮਸਤ ਅਲੜ ਮੁਟਿਆਰਾਂ, ਨੱਚਦੇ ਟੱਪਦੇ ਗਿੱਧਾ ਪਾਉਂਦੇ, ਗਾਉਂਦੇ ਰਹਿੰਦੇ ਵਾਰਾਂ, ਪ੍ਰੇਮ ਲੜੀ ਵਿੱਚ ਇੰਝ ਪਰੋਏ, ਜਿਉਂ ਕੁੰਜਾਂ ਦੀਆਂ ਡਾਰਾਂ, ਮੌਤ ਨਾਲ ਇਹ ਕਰਨ ਮਖੌਲਾਂ, ਮਸਤੇ ਵਿੱਚ ਪਿਆਰਾਂ, ਕੁਦਰਤ ਦੇ ਮੈਂ ਕਾਦਰ ਅੱਗੇ, ਇਹੀਓ ਅਰਜ਼ ਗੁਜ਼ਾਰਾਂ, ਦੇਸ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ, ਦੇਸ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ। ਹੁਣ ਇਸ ਦੇ ਵਿੱਚ ਬੱਚੋ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਦੀ ਮਹਿਮਾ ਕੀਤੀ ਗਈ ਹੈ, ਮਤਲਬ ਪੂਰੇ ਪੰਜਾਬ ਦੀ ਮਹਿਮਾ ਕੀਤੀ ਗਈ ਹੈ, ਹੈ ਨਾ। ਵੀ ਮੇਰੇ ਦੇਸ਼ ਪੰਜਾਬ ਦੇ ਗੱਭਰੂ ਛੈਲ ਛਬੀਲੇ ਹਨ, ਠੀਕ ਹੈ ਨਾ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਮਸਤ ਅਲੜ ਮੁਟਿਆਰਾਂ, ਵੀ ਇੱਥੋਂ ਦੀਆਂ ਮੁਟਿਆਰਾਂ ਕੀ ਨੇ, ਮਸਤ ਨੇ, ਅਲੜ ਨੇ, ਠੀਕ ਹੈ ਨਾ। ਨੱਚਦੇ ਟੱਪਦੇ ਗਿੱਧਾ ਪਾਉਂਦੇ, ਗਾਉਂਦੇ ਰਹਿੰਦੇ ਵਾਰਾਂ, ਵੀ ਇਹ ਨੱਚਦੇ ਨੇ, ਟੱਪਦੇ ਨੇ, ਗਿੱਧਾ ਪਾਉਂਦੇ ਨੇ। ਵਾਰਾਂ ਕੀ ਹੁੰਦੀਆਂ ਨੇ ਬੱਚੋ, ਜੋ
ਵੀਰ ਹੁੰਦੇ ਨੇ ਨਾ, ਮਤਲਬ ਯੁੱਧ ਦੇ ਵਿੱਚ ਲੜਦੇ ਨੇ, ਯੋਧੇ ਹੁੰਦੇ ਨੇ, ਉਹਨਾਂ ਦੇ ਗੀਤਾਂ ਨੂੰ ਆਪਾਂ ਵਾਰਾਂ ਕਹਿ ਦਿੰਦੇ ਹੁੰਦੇ ਹਾਂ। ਠੀਕ ਹੈ ਨਾ, ਵੀ ਉਹ ਗਾਉਂਦੇ ਨੇ, ਨੱਚਦੇ ਟੱਪਦੇ ਨੇ, ਵਾਰਾਂ ਗਾਉਂਦੇ ਨੇ। ਪ੍ਰੇਮ ਲੜੀ ਵਿੱਚ ਇੰਝ ਪਰੋਏ ਜਿਉਂ ਕੁੰਜਾਂ ਦੀਆਂ ਡਾਰਾਂ, ਵੀ ਇਹ ਪ੍ਰੇਮ ਲੜੀ ਦੇ ਵਿੱਚ ਇੰਝ ਪਰੋਏ ਹੋਏ ਨੇ ਜਿਉਂ ਕੁੰਜਾਂ ਦੀਆਂ ਡਾਰਾਂ ਨੇ। ਕੁੰਜਾਂ ਨੂੰ ਆਪਾਂ ਦੇਖਦੇ ਨਾ ਵੀ ਨਾਲ ਨਾਲ ਉੱਡਦੀਆਂ ਨੇ। ਮਸਤੇ ਵਿੱਚ ਪਿਆਰਾ, ਮੌਤ ਨਾਲ ਇਹ ਕਰਨ ਮਖੌਲਾਂ, ਮਸਤੇ ਵਿੱਚ ਪਿਆਰਾ, ਵੀ ਮੌਤ ਨੂੰ ਹੀ ਮਖੌਲ ਕਰਦੇ ਨੇ, ਮਤਲਬ ਬਹਾਦਰ ਨੇ, ਲੜਦੇ ਨੇ, ਇਹ ਡਰਦੇ ਨਹੀਂ ਕਿਸੇ ਤੋਂ। ਠੀਕ ਹੈ ਨਾ, ਮਸਤੇ ਵਿੱਚ ਪਿਆਰਾ। ਠੀਕ ਹੈ, ਵੀ ਇਹ ਪਿਆਰਾਂ ਦੇ ਵਿੱਚ ਵੀ ਮਸਤ ਰਹਿੰਦੇ ਨੇ। ਕੁਦਰਤ ਦੇ ਮੈਂ ਕਾਦਰ ਅੱਗੇ, ਵੀ ਕੁਦਰਤ ਦਾ ਕਾਦਰ ਕਿਹਨੂੰ ਕਿਹਾ ਗਿਆ ਬੱਚੋ? ਪਰਮਾਤਮਾ ਨੂੰ, ਰਚਨਹਾਰੇ ਨੂੰ। ਠੀਕ ਹੈ, ਇਹੀ ਉਹ ਅਰਜ਼ ਗੁਜ਼ਾਰਾ, ਵੀ ਮੈਂ ਇਹੀ ਉਹ ਅਰਦਾਸ ਕਰਦਾ, ਦੇਸ਼ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ, ਵੀ ਜਿਸ ਤਰ੍ਹਾਂ ਹੁਣ ਬਹਾਰ ਆ ਮੇਰੇ ਪੰਜਾਬ ਦੇ ਉੱਪਰ, ਇਸ ਤਰ੍ਹਾਂ ਹਮੇਸ਼ਾ ਇਹ ਖਿੜਿਆ ਰਹੇ। ਪ੍ਰਸ਼ਨ ਉੱਤਰ ਬੱਚੋ ਇਸ ਦੇ ਨਾਲ ਸੰਬੰਧਿਤ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਬੋਲੀ ਅਨੁਸਾਰ ਮੇਰੇ ਦੇਸ਼ ਦੇ ਗੱਭਰੂ ਕਿਹੋ ਜਿਹੇ ਹਨ? ਬਾਂਕੇ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਬੋਲੀ ਅਨੁਸਾਰ ਮੇਰੇ ਦੇਸ਼ ਦੀਆਂ ਮੁਟਿਆਰਾਂ ਕਿਹੋ ਜਿਹੀਆਂ ਹਨ? ਮਸਤ ਅੱਲੜ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਬੋਲੀ ਅਨੁਸਾਰ ਮੇਰੇ ਦੇਸ਼ ਦੇ ਗੱਭਰੂ ਕੀ ਗਾਉਂਦੇ ਹਨ? ਵਾਰਾਂ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਬੋਲੀ ਅਨੁਸਾਰ ਗੱਭਰੂ ਪ੍ਰੇਮ ਲੜੀ ਵਿੱਚ ਕਿਸ ਤਰ੍ਹਾਂ ਪਰੋਏ ਰਹਿੰਦੇ ਹਨ? ਕੁੰਜਾਂ ਦੀਆਂ ਡਾਰਾਂ ਵਾਂਗ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਬੋਲੀ ਵਿੱਚ ਕਿਹਨਾਂ ਨੂੰ ਮੌਤ ਨਾਲ ਮਖੌਲਾ ਕਰਨ ਵਾਲੇ ਦੱਸਿਆ ਗਿਆ ਹੈ? ਪੰਜਾਬ ਦੇ ਗੱਭਰੂਆਂ ਨੂੰ। ਦੇਸ਼ ਮੇਰੇ ਦੇ ਬਾਂਕੇ ਗੱਭਰੂ, ਬੋਲੀ ਵਿੱਚ ਕਿਹੜੇ ਦੇਸ਼ ਦੀਆਂ ਬਹਾਰਾਂ ਖਿੜੀਆਂ ਰਹਿਣ ਦੀ ਮੰਗ ਕੀਤੀ ਗਈ ਹੈ? ਪੰਜਾਬ ਦੀਆਂ ਦੀ। ਉਸ ਤੋਂ ਬਾਅਦ ਅਗਲੀ ਬੋਲੀ ਆ ਗਿਆ ਬੱਚੋ, ਤਾਰਾਂ ਤਾਰਾਂ ਤਾਰਾਂ। ਤਾਰਾਂ ਤਾਰਾਂ ਤਾਰਾਂ, ਬੋਲੀਆਂ ਦਾ ਖੂਹ ਭਰਦਿਆਂ ਜਿੱਥੇ ਪਾਣੀ ਭਰਨ ਮੁਟਿਆਰਾਂ। ਬੋਲੀਆਂ ਦੀ ਸੜਕ ਬੰਨਾਂ ਜਿੱਥੇ ਚੱਲਦੀਆਂ ਮੋਟਰ ਕਾਰਾਂ। ਬੋਲੀਆਂ ਦੀਆਂ ਰੇਲ ਭਰਾਂ ਜਿੱਥੇ ਦੁਨੀਆ ਚੜ੍ਹੇ ਹਜ਼ਾਰਾਂ। ਬੋਲੀਆਂ ਦੀ ਕਿੱਕਰ ਭਰਾਂ ਜਿੱਥੇ ਕਾਟੋ ਲਵੇ ਬਹਾਰਾਂ। ਬੋਲੀਆਂ ਦੀ ਨਹਿਰ ਭਰਾਂ ਜਿੱਥੇ ਲੱਗਦੇ ਮੋਗੇ ਨਾਲਾਂ। ਜਿਉਂਦੀ ਮੈਂ ਮਰ ਗਈ ਕੱਢੀਆਂ ਜੇਠ ਨੇ ਗਾਲਾਂ। ਠੀਕ ਹੈ ਨਾ, ਵੀ ਇਹਦੇ ਵਿੱਚ ਇੱਕ ਮਸਤ ਅਲਬੇਲੀ ਜੋ ਮੁਟਿਆਰ ਹੈ, ਉਹ ਇੰਨੀ ਸੋਹਣੀ ਗਾਉਂਦੀ ਹੈ, ਬੋਲਦੀ ਹੈ, ਨੱਚਦੀ ਹੈ। ਠੀਕ ਹੈ ਨਾ, ਪਰ ਜਦੋਂ ਕੋਈ ਉਸਨੂੰ ਬੁਰਾ ਭਲਾ ਬੋਲਦਾ ਹੈ ਉਹ ਬਿਲਕੁਲ ਵੀ ਨਹੀਂ ਸਹਾਰ ਸਕਦੀ, ਹੈ ਨਾ। ਤਾਂ ਇਸ ਤਰ੍ਹਾਂ ਉਸਦੀ ਉਸਤਤ ਕੀਤੀ ਗਈ ਹੈ ਇੱਕ ਲੜਕੀ ਦੀ। ਅਤੇ ਉਹ ਕਹਿੰਦੀ ਹੈ ਵੀ ਤਾਰਾਂ ਤਾਰਾਂ ਤਾਰਾਂ, ਬੋਲੀਆਂ ਦਾ ਖੂਹ ਭਰਦਿਆਂ ਜਿੱਥੇ ਪਾਣੀ ਭਰਨ ਮੁਟਿਆਰਾਂ, ਵੀ ਮੈਂ ਇੰਨੀਆਂ ਬੋਲੀਆਂ ਪਾਊਂਗੀ। ਠੀਕ ਹੈ ਨਾ, ਵੀ ਖੂਹ ਭਰ ਜੂਗਾ ਜਿੱਥੇ ਮੁਟਿਆਰਾਂ ਪਾਣੀ ਭਰਨ। ਠੀਕ ਹੈ, ਬੋਲੀਆਂ ਦੀ ਸੜਕ ਬੰਨਾਂ ਜਿੱਥੇ ਚੱਲਦੀਆਂ ਮੋਟਰ ਕਾਰਾਂ, ਵੀ ਇੰਨੀ ਬੋਲੀਆਂ ਬਣਾ ਕੇ ਸੜਕ ਬਣਾ ਦਾ ਵੀ ਜਿੱਥੇ ਮੋਟਰ ਕਾਰਾਂ ਚੱਲਣ। ਬੋਲੀਆਂ ਦੀ ਰੇਲ ਭਰਾਂ ਜਿੱਥੇ ਦੁਨੀਆ ਚੜ੍ਹੇ ਹਜ਼ਾਰਾਂ, ਜਿੱਥੇ ਦੁਨੀਆ ਹਜ਼ਾਰਾਂ ਚੜ੍ਹੇ। ਬੋਲੀਆਂ ਦੀ ਕਿੱਕਰ ਭਰਾਂ ਜਿੱਥੇ ਕਾਟੋ ਲਵੇ ਬਹਾਰਾਂ। ਕਾਟੋ ਕਿੱਕਰਾਂ 'ਤੇ ਖੇਡਦੀਆਂ ਨਾ ਬੱਚੋ, ਵੀ ਉੱਦਾਂ ਮੈਂ ਬਣਾ ਦਾ ਆਪਣੀਆਂ ਬੋਲੀਆਂ ਦੇ ਨਾਲ। ਬੋਲੀਆਂ ਦੀ ਨਹਿਰ ਭਰਾਂ ਜਿੱਥੇ ਲੱਗਦੇ ਮੋਗੇ ਨਾਲਾਂ, ਵੀ ਮੈਂ ਆਪਣੀ ਬੋਲੀਆਂ ਦੇ ਨਾਲ ਨਹਿਰ ਭਰਦਾ। ਠੀਕ ਹੈ ਨਾ, ਮੋਗੇ ਦੇ ਨਾਲਾਂ ਦੇਖ ਕੇ ਬੋਲੀਆਂ ਦੀ ਰਚਨਾ ਨਾਲ ਨਹਿਰ ਭਰ ਸਕਦੀ ਹਾਂ। ਠੀਕ ਹੈ, ਫਿਰ ਉਸ ਤੋਂ ਬਾਅਦ ਜਿਉਂਦੀ ਮੈਂ ਮਰ ਗਈ ਕੱਢੀਆਂ ਜੇਠ ਨੇ ਗਾਲਾਂ। ਤਾਂ ਉਹ ਲੜਕੀ ਕਹਿੰਦੀ ਹੈ, ਵਿਆਹੁਤਾ ਲੜਕੀ ਜੋ ਹੁੰਦੀ ਹੈ, ਤਾਂ ਵੀ ਮੈਂ ਜਿਉਂਦੀ ਮਰ ਗਈ। ਠੀਕ ਹੈ, ਮੈਨੂੰ ਮੇਰੇ ਜੇਠ ਨੇ ਗਾਲਾਂ ਕੱਢੀਆਂ। ਹਾਲਾਂਕਿ ਮੈਂ ਇੰਨੀ ਗੁਣਾਕਾਰ ਹਾਂ ਵੀ ਇੱਕ ਮੈਨੂੰ ਸ਼ਬਦ ਦਿੱਤਾ ਜਾਵੇ ਵੀ ਮੈਂ ਇੰਨੀਆਂ ਬੋਲੀਆਂ ਉਸ 'ਤੇ ਬਣਾ ਸਕਦੀ ਹਾਂ। ਠੀਕ ਹੈ, ਇਸ ਤਰ੍ਹਾਂ ਬੱਚਿਓ ਹੁਣ ਆਪਾਂ ਲੰਮੀਆਂ ਬੋਲੀਆਂ ਦੇ ਵਿਸਥਾਰਪੂਰਵਕ ਪ੍ਰਸ਼ਨ ਉੱਤਰ ਕਰਦੇ ਹਾਂ। ਵੀ ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੀ ਸਰੀਰਕ ਪੱਖੋਂ ਕਿਸ ਨਾਲ ਤੁਲਨਾ ਕੀਤੀ ਗਈ ਹੈ? ਪਿੰਡ ਦੇ ਮੁੰਡਿਆਂ ਦੀ ਟਾਹਲੀ ਦੇ ਪਾਵਿਆਂ ਨਾਲ ਤੁਲਨਾ ਕੀਤੀ ਗਈ ਹੈ। ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦਾ ਪਹਿਰਾਵਾ ਕਿਹੋ ਜਿਹਾ ਹੈ? ਜਿਵੇਂ ਪਿੰਡ ਦੇ ਮੁੰਡੇ ਮਲਮਲ ਦੇ ਜੋ ਕੁੜਤੇ ਪਾਉਂਦੇ ਨੇ, ਕੰਨੀਦਾਰ ਚਾਦਰੇ ਬੰਨ੍ਹਦੇ ਨੇ। ਠੀਕ ਹੈ, ਸਿਰ 'ਤੇ ਸਾਫਾ ਬੰਨ੍ਹਦੇ ਨੇ ਦੁਧੀਆ ਕਾਸ਼ਨੀ ਰੰਗ ਦਾ। ਪਿੰਡ ਤਾਂ ਸਾਡੇ ਬੋਲੀ ਦਾ ਰਚਨਹਾਰ ਆਪਣੇ ਬਾਰੇ ਕੀ ਕਹਿੰਦਾ ਹੈ? ਇਸ ਬੋਲੀ ਵਿੱਚ ਬੋਲੀ ਦਾ ਰਚਨਹਾਰ ਆਪਣੇ ਬਾਰੇ ਦੱਸਦਾ ਹੈ ਕਿ ਉਹ ਆਪਣੇ ਪਿੰਡ ਦੇ ਸਾਧ ਦੇ ਡੇਰੇ ਵਿੱਚ ਗੁਰਮੁਖੀ ਪੜ੍ਹਦਾ ਹੁੰਦਾ ਸੀ। ਉਹ ਹਰ ਸਮੇਂ ਸਤਸੰਗ ਵਿੱਚ ਬੈਠਦਾ ਸੀ ਅਤੇ ਮਾੜੇ ਬੰਦੇ ਕੋਲ ਕਦੇ ਨਹੀਂ ਸੀ ਖੜ੍ਹਦਾ। ਪਰ ਫਿਰ ਵੀ ਉਸ ਦੇ ਜੀਵਨ ਵਿੱਚ ਇਹੋ ਜਿਹਾ ਬਦਲਾਅ ਆਇਆ, ਉਸ ਦੇ ਮਨ ਵਿੱਚ ਬੋਲੀਆਂ ਪਾਉਣ ਦੀ ਇੱਛਾ ਪੈਦਾ ਹੋ ਗਈ ਅਤੇ ਉਹ ਗਿੱਧੇ ਦੇ ਵਿੱਚ ਬੋਲੀਆਂ ਪਾਉਣ ਵਾਸਤੇ ਆ ਗਿਆ।
ਉੱਥੇ ਉਹ ਸ਼ੌਂਕ ਨਾਲ ਬੋਲੀਆਂ ਪਾਉਂਦਾ ਸੀ ਅਤੇ ਕਿਸੇ ਤੋਂ ਨਹੀਂ ਸੀ ਡਰਦਾ। ਫਿਰ ਉਸ ਤੋਂ ਬਾਅਦ ਪਿੰਡ ਦਾ ਸਾਡੇ ਬੋਲੀ ਵਿੱਚ ਕਿਹੜਾ ਜੀਵਨ ਸੱਚ ਪੇਸ਼ ਕੀਤਾ ਗਿਆ ਹੈ। ਇਸ ਬੋਲੀ ਵਿੱਚ ਜੀਵਨ ਸੱਚ ਨੂੰ ਪੇਸ਼ ਕੀਤਾ ਗਿਆ ਹੈ ਕਿ ਗੱਭਰੂ ਮਨ ਨਿਰੀ ਰੂਹਾਨੀਅਤ ਵਿੱਚ ਨਹੀਂ ਸਗੋਂ ਨੱਚਣ ਗਾਉਣ ਵਿੱਚ ਦਿਲਚਸਪੀ ਰੱਖਦਾ ਹੈ। ਪਿੰਡਾਂ ਵਿੱਚੋਂ ਪਿੰਡ ਸੁਣੀਦਾ ਬੋਲੀ ਵਿੱਚ ਭਰਪੂਰ ਫਸਲ ਲੈਣ ਲਈ ਕੌਣ-ਕੌਣ ਉਤਸ਼ਾਹ ਨਾਲ ਕੰਮ ਕਰਦੇ ਹਨ। ਇਸ ਵਿੱਚ ਭਰਪੂਰ ਫਸਲ ਲੈਣ ਲਈ ਕਿਸਾਨ ਤੇ ਉਸਦੇ 2 ਬਲਦ ਉਤਸ਼ਾਹ ਨਾਲ ਕੰਮ ਕਰਦੇ ਹਨ। ਪਿੰਡਾਂ ਵਿੱਚੋਂ ਪਿੰਡ ਸੁਣੀਦਾ ਬੋਲੀ ਵਿੱਚ ਕਿਸਾਨ ਦੀ ਕਿਰਤ, ਉਸਦੇ ਬਲਦ, ਭਰਪੂਰ ਫਸਲ ਤੇ ਤਿਉਹਾਰ ਸਾਰੇ ਇੱਕ-ਮਿੱਕ ਹੋਏ ਹਨ। ਦੱਸੋ ਕਿਵੇਂ? ਇਸ ਬੋਲੀ ਵਿੱਚ ਕਿਸਾਨ ਦੀ ਖੇਤਾਂ ਵਿੱਚ ਕੀਤੀ ਜਾਣ ਵਾਲੀ ਕਿਰਤ ਦਾ ਜ਼ਿਕਰ ਹੈ। ਉਸ ਨੂੰ ਇਹ ਕਿਰਤ ਬਲਦਾਂ ਦੇ ਨਾਲ ਮਤਲਬ ਉਹਨਾਂ ਦੀ ਜੇ ਮਿਹਨਤ ਹੈ ਉਸ ਬਾਰੇ ਵੀ ਭਰਪੂਰ ਗੱਲਬਾਤ ਕੀਤੀ ਗਈ ਹੈ। ਭਰਪੂਰ ਫਸਲ ਲੈ ਕੇ ਉਸ ਦਾ ਧਿਆਨ ਮੁਕਤਸਰ ਦੇ ਮੇਲੇ ਵਿੱਚ ਜਾਂਦਾ ਹੈ। ਇਸ ਤਰ੍ਹਾਂ ਇਸ ਬੋਲੀ ਵਿੱਚ ਕਿਸਾਨ ਦੀ ਕਿਰਤ, ਉਸਦੇ ਬਲਦ, ਭਰਪੂਰ ਫਸਲ ਤੇ ਤਿਉਹਾਰ ਸਾਰੇ ਇੱਕ-ਮਿੱਕ ਹੋਏ ਹਨ। ਕਾਲਿਆ ਹਰਨਾ ਬੋਲੀ ਵਿੱਚ ਕਾਲੇ ਹਿਰਨ ਦੀ ਸ਼ਾਨ ਕਿਵੇਂ ਚਿਤਰੀ ਗਈ ਹੈ। ਕਾਲੇ ਹਿਰਨ ਦੇ ਪੈਰੀਂ ਝਾਂਜਰਾਂ ਪਾਈਆਂ ਹਨ। ਉਸਦੇ ਸਿੰਗਾਂ ਉੱਤੇ ਤਿੱਤਰਾਂ ਤੇ ਮੁਰਗਾਬੀਆਂ ਦੇ ਚਿੱਤਰ ਉਲੀਕੇ ਹੋਏ ਹਨ। ਉਹ ਖੇਤਾਂ ਵਿੱਚ ਉੱਗੀਆਂ ਫਸਲਾਂ ਭਾਵ ਮੋਠ ਬਾਜਰਾ ਖਾਂਦਾ ਹੈ ਤੇ ਖੁੱਲ੍ਹੇ ਕੁੜਤੇ ਪਹਿਨਦਾ ਹੈ। ਕਾਲਿਆ ਹਰਨਾ ਬੋਲੀ ਵਿੱਚ ਮਨੁੱਖੀ ਜੀਵਨ ਦੀ ਕਿਹੜੀ ਸੱਚਾਈ ਨੂੰ ਸਮਝਾਇਆ ਗਿਆ ਹੈ। ਇਸ ਬੋਲੀ ਵਿੱਚ ਜੀਵਨ ਦੀ ਇਹ ਸੱਚਾਈ ਦੱਸੀ ਗਈ ਹੈ ਕਿ ਜੋ ਸੂਰਮੇ ਲੋਕ ਹਨ ਉਹ ਸ਼ਾਨਾਂ ਭਰੇ ਤੇ ਹਰਮਨ ਪਿਆਰੇ ਹੁੰਦੇ ਹਨ। ਕਾਲਿਆ ਹਰਨਾ ਬੋਲੀ ਵਿੱਚ ਕਾਲਾ ਹਿਰਨ ਕਿਹੜੇ ਅਰਥਾਂ ਵਿੱਚ ਆਇਆ ਹੈ। ਇਸ ਬੋਲੀ ਵਿੱਚ ਕਾਲਾ ਹਿਰਨ ਇੱਕ ਚਿੰਨ੍ਹ ਹੈ ਜੋ ਮਾਲਵੇ ਦੇ ਸੂਰਮੇ ਜਿਉਣੇ ਮੌੜ ਦੇ ਅਰਥਾਂ ਵਿੱਚ ਆਇਆ ਹੈ। ਕਾਲਿਆ ਹਰਨਾ ਬੋਲੀ ਵਿੱਚ ਪ੍ਰਕਿਰਤੀ ਦੀਆਂ ਕਿਹੜੀਆਂ-ਕਿਹੜੀਆਂ ਝਲਕਾਂ ਮਿਲਦੀਆਂ ਹਨ। ਇਸ ਬੋਲੀ ਵਿੱਚ ਕਾਲੇ ਹਿਰਨ ਦੇ ਰੋਈਆਂ ਵਿੱਚ ਫਿਰਨ, ਤਿੱਤਰਾਂ, ਮੁਰਗਾਬੀਆਂ, ਖੇਤਾਂ ਵਿੱਚ ਉੱਗੇ ਮੋਠ ਬਾਜਰੇ, ਖਾਈਆਂ, ਕੁੱਤਿਆਂ ਦੇ ਮਰੇ ਹੋਏ ਹਿਰਨ ਦਾ ਮਾਸ ਖਾਣ ਤੇ ਹੱਡੀਆਂ ਨੂੰ ਮਿੱਟੀ ਵਿੱਚ ਰਲਾ ਦੇਣ ਆਦਿ ਪ੍ਰਕਿਰਤਿਕ ਝਲਕਾਂ ਮਿਲਦੀਆਂ ਹਨ। ਸੋਹਣੀ ਕੁੜੀਏ ਬੋਲੀ ਵਿੱਚ ਕੁੜੀ ਦੇ ਕਿਹੜੇ ਗੁਣਾਂ ਦੀ ਸਿਫਤ ਕੀਤੀ ਗਈ ਹੈ। ਇਸ ਬੋਲੀ ਵਿੱਚ ਕੁੜੀ ਦੇ ਪਰੀ ਵਰਗੇ ਰੂਪ, ਹਾਸੇ ਤੇ ਗਿੱਧੇ ਵਿੱਚ ਨੱਚਣ ਦੀ ਸਿਫਤ ਕੀਤੀ ਗਈ ਹੈ। ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਬੋਲੀ ਵਿੱਚ ਵਕਤਾ ਕੌਣ ਹੈ। ਮਹਿੰਦੀ ਬਾਰੇ ਉਸਨੇ ਆਪਣਾ ਕਿਹੜਾ ਅਨੁਭਵ ਦੱਸਿਆ ਹੈ। ਇਸ ਬੋਲੀ ਵਿੱਚ ਵਕਤਾ ਇੱਕ ਮੁਟਿਆਰ ਹੈ। ਉਸ ਨੂੰ ਇਹ ਅਨੁਭਵ ਹੋਇਆ ਹੈ ਕਿ ਉਹ ਮਹਿੰਦੀ ਲਾਉਣੀ ਚਾਹੁੰਦੀ ਹੈ। ਬਾਗਾਂ ਦੇ ਵਿੱਚ ਇਹ ਸਸਤੀ ਮਿਲਦੀ ਹੈ ਪਰ ਹੱਟੀਆਂ 'ਤੇ ਮਹਿੰਗੀ, ਇਸ ਕਰਕੇ ਉਹ ਇਸ ਨੂੰ ਬਾਗਾਂ ਵਿੱਚੋਂ ਲਿਆ ਕੇ ਕੁੰਡੀ ਸੋਟੇ ਨਾਲ ਘੋਟ ਕੇ ਮਤਲਬ ਇੰਨੀ ਸੋਹਣੀ ਘੋਟਦੀ ਹੈ, ਉਸ ਨੂੰ ਆਪਣੇ ਹੱਥਾਂ 'ਤੇ ਲਾਉਂਦੀ ਹੈ ਅਤੇ ਉਹ ਬੱਤੀਆਂ ਬਣ ਕੇ ਲੈਂਦੀ ਹੈ। ਠੀਕ ਹੈ ਨਾ। ਮਹਿੰਦੀ ਸ਼ਗਨਾਂ ਦੀ ਧੋਤੇ ਦੇ ਬਾਜ ਨਹੀਂ ਲੈਂਦੀ। ਠੀਕ ਹੈ। ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਬੋਲੀ ਵਿੱਚ ਮਹਿੰਦੀ ਪ੍ਰਾਪਤ ਕਰਨ ਤੋਂ ਲੈ ਕੇ ਇਸ ਨੂੰ ਲਾਉਣ ਅਤੇ ਲਾਹੁਣ ਤੱਕ ਕੀ ਦੱਸਿਆ ਗਿਆ ਹੈ। ਮਹਿੰਦੀ ਬਾਗਾਂ ਵਿੱਚ ਸਸਤੀ ਪਰ ਹੱਟੀਆਂ 'ਤੇ ਮਹਿੰਗੀ ਮਿਲਦੀ ਹੈ। ਬਾਗਾਂ ਵਿੱਚੋਂ ਤੋੜ ਕੇ ਲਿਆਂਦੀ ਮਹਿੰਦੀ ਨੂੰ ਕੁੰਡੀ ਅਤੇ ਸੋਟੇ ਨਾਲ ਘੋਟਿਆ ਜਾਂਦਾ ਹੈ ਅਤੇ ਫਿਰ ਹੱਥਾਂ 'ਤੇ ਲਾਇਆ ਜਾਂਦਾ ਹੈ। ਸੁੱਕ ਕੇ ਇਹ ਬੱਤੀਆਂ ਬਣ ਕੇ ਲੈਂਦੀ ਹੈ। ਅੰਤ ਹੱਥਾਂ ਨੂੰ ਧੋ ਕੇ ਹੀ ਮਤਲਬ ਇਸ ਨੂੰ ਲਾਇਆ ਜਾਂਦਾ ਹੈ। ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਪੰਜਾਬੀ ਗੱਭਰੂਆਂ ਦੀਆਂ ਕਿਹੜੀਆਂ-ਕਿਹੜੀਆਂ ਸਿਫਤਾਂ ਕੀਤੀਆਂ ਗਈਆਂ ਹਨ। ਇਸ ਬੋਲੀ ਵਿੱਚ ਪੰਜਾਬੀ ਗੱਭਰੂਆਂ ਨੂੰ ਬਾਂਕੇ ਛਬੀਲੇ, ਨੱਚਦੇ ਟੱਪਦੇ ਹੋਏ, ਗਿੱਧਾ ਪਾਉਣ ਵਾਲੇ, ਵਾਰਾਂ ਗਾਉਣ ਵਾਲੇ, ਪ੍ਰੇਮ ਦੀ ਲੜੀ ਵਿੱਚ ਪਰੋਏ ਹੋਏ ਤੇ ਮੌਤ ਦੀ ਪਰਵਾਹ ਨਾ ਕਰਨ ਵਾਲੇ ਕਿਹਾ ਗਿਆ ਹੈ। ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਪੰਜਾਬ ਬਾਰੇ ਕੀ ਸ਼ੁਭਕਾਮਨਾ ਪ੍ਰਗਟ ਕੀਤੀ ਗਈ ਹੈ। ਇਸ ਬੋਲੀ ਵਿੱਚ ਪੰਜਾਬ ਦੀ ਸੱਭਿਆਚਾਰਕ ਤੇ ਆਰਥਿਕ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ ਹੈ। ਤਾਰਾਂ 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 ਬੋਲੀ ਵਿੱਚ ਕਿਸ ਕਿਸ ਚੀਜ਼ ਦਾ ਜ਼ਿਕਰ ਆਇਆ ਹੈ। ਇਸ ਬੋਲੀ ਵਿੱਚ ਖੂਹ, ਮੁਟਿਆਰਾਂ, ਪਾਣੀ, ਸੜਕ, ਮੋਟਰ ਕਾਰਾਂ, ਰੇਲ, ਦੁਨੀਆ, ਕਿੱਕਰ, ਕਾਟੋ, ਬਹਾਰਾਂ, ਨਹਿਰ, ਮੋਗੇ, ਨਾਲਾਂ, ਜੇਠ, ਗਾਲਾਂ ਤੇ ਬੋਲੀਆਂ ਦਾ ਜ਼ਿਕਰ ਆਇਆ ਹੈ। ਤਾਰਾਂ 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 ਬੋਲੀ ਵਿੱਚ ਜਿਉਂਦੀ ਮੈਂ ਮਰ ਗਈ ਤੋਂ ਕੀ ਭਾਵ ਹੈ। ਜਿਉਂਦੀ ਮੈਂ ਮਰ ਗਈ ਤੋਂ ਭਾਵ ਹੈ ਕਿ ਉਸ ਨੂੰ ਇੰਨੀ ਸ਼ਰਮ ਆਈ ਜਦੋਂ ਉਸ ਨੂੰ ਉਸਦੇ ਜੇਠ ਨੇ ਮਤਲਬ ਘਰ ਵਾਲੇ ਦੇ ਵੱਡੇ ਭਰਾ ਨੇ ਗਾਲਾਂ ਕੱਢੀਆਂ। ਸੋ ਇਹ ਸਨ ਬੱਚੋ ਬੋਲੀਆਂ, ਇਹਨਾਂ ਨੂੰ ਪਾਇਆ ਕਰੋ, ਗਿੱਧੇ ਦੇ ਭੰਗੜੇ ਦੇ ਵਿੱਚ ਭਾਗ ਲਿਆ ਕਰੋ। ਠੀਕ ਹੈ ਨਾ। ਆਪਣੇ ਵਿਰਸੇ ਨੂੰ ਜਿਉਂਦਾ ਰੱਖੋ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪੋ।
ਸੁਣਨ ਅਤੇ ਸਮਝਣ ਲਈ ਧੰਨਵਾਦ ਬੱਚਿਓ, ਤੁਹਾਡਾ ਬਹੁਤ ਬਹੁਤ